ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਦੇ ਵਿੱਚ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਸਵੈ ਜੀਵਨੀ ਹੈ। ਕਾफ़ी ਇੰਪੋਰਟੈਂਟ ਟੌਪਿਕ ਹੈ। YouTube ਦੇ ਉੱਪਰ ਬਹੁਤ ਸਾਰੇ ਵੀਡੀਓ ਹੈਗੇ ਆ ਸਵੈ ਜੀਵਨੀ ਦੇ ਬਾਰੇ 'ਚ, ਪਰ ਜਿਹੜੀ ਇਹ ਵੀਡੀਓ ਅਸੀਂ ਬਣਾ ਰਹੇ ਹਾਂ ਇਹਨੂੰ ਬਹੁਤ ਜ਼ਿਆਦਾ ਆਪਾਂ ਜੇ ਕਹਿ ਲਈਏ ਤਾਂ ਇੰਪੋਰਟੈਂਟ ਜਿਹੜੇ ਟੌਪਿਕ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਉਹਨਾਂ ਨੂੰ ਸਿਲੈਕਟ ਕਰਕੇ ਕਾफ़ੀ ਸਿਲੈਕਟਡ ਮਟੀਰੀਅਲ ਇਹਦੇ ਵਿੱਚ ਅਸੀਂ ਯੂਜ਼ ਕੀਤਾ, ਜਿਹਦੇ ਨਾਲ ਕਿ ਤੁਹਾਡਾ ਜਿਹੜਾ ਪੇਪਰ ਹੈ ਐਗਜ਼ਾਮ ਪੁਆਇੰਟ ਆਫ ਵਿਊ ਹੈ ਉਹਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਉਹਨਾਂ ਨੂੰ ਸਮਝ ਸਕੋ। ਅਸੀਂ ਇਹ ਕੋਸ਼ਿਸ਼ ਕੀਤੀ ਹੈ ਜੀ। ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖੀਏ ਜੀ ਸਵੈ ਜੀਵਨੀ ਕਿਆ ਚੀਜ਼ ਹੈ। ਹੁਣ ਇੱਕ ਇਹਦੇ 'ਚ ਇੰਪੋਰਟੈਂਟ ਚੀਜ਼ ਹੁੰਦੀ ਹੈ ਜੀ, ਕੁਐਸਚਨ ਆਉਂਦਾ ਕਿ ਸਵੈ ਜੀਵਨੀ ਜਿਹੜੀ ਇੱਕ ਇਹੋ ਜਿਹੀ ਸਾਹਿਤ ਰੂਪ ਹੈ ਤਾਂ ਇਹ ਮੈਂ ਮੂਲਕ ਹੁੰਦਾ। ਮੈਂ ਮੂਲਕ ਦਾ ਕੀ ਅਰਥ ਹੈ? ਮੈਂ ਮੂਲਕ ਸ਼ਬਦ ਦਾ ਅਰਥ ਹੈ ਕਿ ਜਿਹੜਾ ਆਪਣੇ ਵੱਲੋਂ ਗੱਲ ਦੱਸੀ ਜਾਂਦੀ ਹੈ। ਹੁਣ ਦੇਖੋ ਨਾਮ ਤੋਂ ਹੀ ਕਲੀਅਰ ਹੈ, ਸਵੈ ਜੀਵਨੀ ਆਪਣੀ ਜੀਵਨੀ ਦੇ ਬਾਰੇ 'ਚ ਕੋਈ ਬੰਦਾ ਦੱਸੂਗਾ। ਸਵੈ ਦਾ ਮਤਲਬ ਹੁੰਦਾ ਆਪਾਂ, ਆਪਣੀ ਗੱਲ ਕਰੂਗਾ, ਇਸ ਲਈ ਇਹ ਮੈਂ ਮੂਲਕ ਹੈ। ਮਤਲਬ ਕੀ ਹੈ ਕਿ ਜਿਹੜਾ ਲੇਖਕ ਹੈ ਉਹ ਆਪਣੇ ਵੱਲੋਂ ਗੱਲ ਦੱਸਦਾ, ਕੋਈ ਵੀ ਸਥਿਤੀ ਹੈ, ਕੋਈ ਵੀ ਜਿਹੜਾ ਉਹਦੇ ਵਿੱਚ ਘਟਨਾਵਾਂ ਹੈਗੀਆਂ ਉਹਨੂੰ ਆਪਣੇ ਵੱਲੋਂ ਉਹ ਦੱਸਦਾ ਲੇਖਕ। ਅੱਗੇ ਹੈ ਜੀ ਕਿ ਇਹਦਾ ਉਦੇਸ਼ ਕੀ ਹੁੰਦਾ। ਜਿਹੜੀ ਸਵੈ ਜੀਵਨੀ ਲਿਖਣ ਦਾ, ਕੋਈ ਵੀ ਲੇਖਕ ਸਵੈ ਜੀਵਨੀ ਨੂੰ ਲਿਖਦਾ ਤਾਂ ਉਹਦਾ ਉਦੇਸ਼ ਹੈ ਜੀ ਪਾਠਕਾਂ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਕਿ ਉਹਦੇ ਜ਼ਿੰਦਗੀ ਦੇ ਵਿੱਚ ਅਨੁਭਵ ਕੀ ਰਹੇ ਆ, ਕਿਸ ਤਰ੍ਹਾਂ ਉਹ ਜਿਹੜੀ ਸ਼ਖਸੀਅਤ ਹੈ ਉਹ ਕਿਸੇ ਮੁਕਾਮ 'ਤੇ ਪਹੁੰਚੀ ਹੈ। ਕਿਉਂਕਿ ਜਿਹੜੇ ਜ਼ਿਆਦਾਤਰ ਸਵੈ ਜੀਵਨੀ ਲਿਖਣ ਵਾਲੇ, ਸਵੈ ਜੀਵਨੀ ਆਪਾਂ ਕਿਹਦੀ ਪੜ੍ਹਾਂਗੇ ਹੈ ਨਾ। ਹੁਣ ਕੋਈ ਮੇਰੇ ਵਰਗਾ ਜੇ ਸਵੈ ਜੀਵਨੀ ਲਿਖ ਵੀ ਦਊਗਾ ਤਾਂ ਉਹਨੂੰ ਕੋਈ ਪੜ੍ਹੇਗਾ ਨਹੀਂ। ਆਪਾਂ ਕਿਹੜੀ ਸਵੈ ਜੀਵਨੀ ਪੜ੍ਹਾਂਗੇ? ਜਿਹੜੀ ਕਿਸੇ ਖਾਸ ਵਿਅਕਤੀ ਦੀ ਸਵੈ ਜੀਵਨੀ ਹੈ। ਉਹ ਖਾਸ ਵਿਅਕਤੀ ਕਿਸੇ ਸਧਾਰਨ ਵਿਅਕਤੀ ਤੋਂ ਖਾਸ ਬਣਿਆ ਕਿਵੇਂ, ਇਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੋਂ ਪਤਾ ਲੱਗੂਗੀਆਂ? ਇਹ ਸਾਨੂੰ ਪਤਾ ਲੱਗਦੀਆਂ ਉਹਦੀ ਸਵੈ ਜੀਵਨੀ ਰਾਹੀਂ। ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਘਟਨਾਵਾਂ ਉਹਨੂੰ ਸਭ ਤੋਂ ਬਿਹਤਰ ਉਹ ਆਪ ਹੀ ਜਾਣ ਸਕਦਾ। ਕੋਈ ਦੂਸਰਾ ਵਿਅਕਤੀ ਉਹਨਾਂ ਘਟਨਾਵਾਂ ਨੂੰ ਉਨੇ ਚੰਗੀ ਤਰ੍ਹਾਂ ਨਹੀਂ ਜਾਣ ਸਕਦਾ। ਫਿਰ ਸਵੈ ਜੀਵਨੀ ਕਿਹਾ ਜੀ ਕਿ ਇਹਦੇ ਵਿੱਚ ਆਪਣੇ ਅਨੁਭਵ ਹੁੰਦੇ ਆ ਜਿਨ੍ਹਾਂ ਦੇ ਨਾਲ ਕਿਸੇ ਵਿਅਕਤੀ ਨੇ ਆਪਣੀ ਸ਼ਖਸੀਅਤ ਬਣਾਈ ਹੈ। ਠੀਕ ਹੈ ਜੀ। ਔਰ ਇਹਦਾ ਉਦੇਸ਼ ਇਹੀ ਹੁੰਦਾ ਕਿ ਜਿਹੜੇ ਬਾਕੀ ਲੋਕ ਹੈ, ਪੜ੍ਹਨ ਵਾਲੇ ਹੈ, ਉਹ ਉਹਦੇ ਜਿਹੜਾ ਸੰਘਰਸ਼ ਕੀਤਾ ਹੈ ਲੇਖਕ ਨੇ ਉਸ ਸੰਘਰਸ਼ ਤੋਂ ਪ੍ਰੇਰਨਾ ਲੈਣ, ਹੈ ਨਾ। ਪ੍ਰੇਰਨਾ ਲੈ ਕੇ ਉਹ ਜਿਹੜੇ ਹੈ ਇਸ ਤਰ੍ਹਾਂ ਦਾ ਸਾਹਿਤ ਰੂਪ ਸਵੈ ਜੀਵਨੀ ਹੈ। ਠੀਕ ਹੈ ਜੀ। ਅੱਗੇ ਹੈ ਜੀ ਤੋਂ ਕਿ ਜਦੋਂ ਅਸੀਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ ਹੈ ਨਾ, ਪੰਜਾਬੀ ਸਾਹਿਤ ਦੇ ਵਿੱਚ ਜਿਹੜੀ ਸਾਨੂੰ ਸਵੈ ਜੀਵਨੀ ਸਭ ਤੋਂ ਪਹਿਲੀ ਜਿਹੜੀ ਸਵੈ ਜੀਵਨੀ ਹੈ ਉਹ ਸਵੈ ਜੀਵਨੀ ਮਿਲਦੀ ਹੈ ਜੀ ਸਾਨੂੰ ਨਾਨਕ ਸਿੰਘ ਹੋਰਾਂ ਦੀ। ਨਾਨਕ ਸਿੰਘ ਹੋਰਾਂ ਨੇ ਜਿਹੜੀ ਸਭ ਤੋਂ ਪਹਿਲਾਂ ਸਵੈ ਜੀਵਨੀ ਲਿਖੀ ਸੀ ਮੇਰੀ ਦੁਨੀਆ। ਨਾਨਕ ਸਿੰਘ ਜੀ ਪਹਿਲੀ ਸਵੈ ਜੀਵਨੀ ਹੈ ਜੀ ਮੇਰੀ ਦੁਨੀਆ। ਪੰਜਾਬੀ ਦੇ ਵਿੱਚ ਸਭ ਤੋਂ ਪਹਿਲੀ ਸਵੈ ਜੀਵਨੀ ਲਿਖੀ ਗਈ ਹੈ ਮੇਰੀ ਦੁਨੀਆ। ਇਹ ਤੁਸੀਂ ਯਾਦ ਰੱਖਣਾ। ਅਤੇ ਇਹ ਕਿਉਂਕਿ 1949 ਦੇ ਵਿੱਚ ਲਿਖੀ ਗਈ ਸੀ, ਮਤਲਬ 1949 ਤੋਂ ਪਹਿਲਾਂ ਪੰਜਾਬੀ ਦੇ ਵਿੱਚ ਸਵੈ ਜੀਵਨੀਆਂ ਲਿਖਣ ਦਾ ਜਿਹੜਾ ਰੁਝਾਨ ਹੈ ਉਹ ਨਹੀਂ ਸੀਗਾ। 1949 ਦੇ ਵਿੱਚ ਇਹ ਸਵੈ ਜੀਵਨੀ ਨਾਨਕ ਸਿੰਘ ਹੋਰਾਂ ਵੱਲੋਂ ਲਿਖੀ ਗਈ। ਇਹਦੇ ਵਿੱਚ ਹੁਣ ਕਿਉਂਕਿ 49 ਦੇ ਵਿੱਚ ਲਿਖੀ ਗਈ ਹੈ, ਘਟਨਾਵਾਂ ਜਿਹੜੀਆਂ 1947 ਤੋਂ ਪਹਿਲਾਂ ਦੀਆਂ ਇਹਦੇ ਵਿੱਚ। ਹੁਣ ਲੇਖਕ ਕਿਆ ਦਾ ਜਿਹੜਾ ਆਪਣੇ ਜੀਵਨ ਨੂੰ ਆਪਣੀ ਦੁਨੀਆ ਆਖਦਾ ਔਰ ਆਪਣੇ ਆਪ ਨੂੰ ਕਹਿੰਦਾ ਮੇਰੀ ਦੁਨੀਆ, ਔਰ ਜਿਹੜੀ ਜੇਲ੍ਹ ਹੈ ਉਹਨੂੰ ਇਸ ਦੁਨੀਆ ਦਾ ਦਰਵਾਜ਼ਾ ਦੱਸਦਾ। ਕਹਿਣ ਦਾ ਭਾਵ ਕੀ ਹੈ ਕਿ ਉਹਨੇ ਇਹਦੇ ਵਿੱਚ ਕਿਸ ਤਰ੍ਹਾਂ ਐਂਟਰੀ ਲਈ ਆਪਣੀ ਦੁਨੀਆ ਦੇ ਵਿੱਚ। ਜਿਹੜਾ ਜਦੋਂ ਜੇਲ੍ਹ ਗਿਆ ਨਾਨਕ ਸਿੰਘ, ਉਸ ਜੇਲ੍ਹ ਦੇ ਰਾਹੀਂ ਜਿਹੜਾ ਦਰਵਾਜ਼ਾ ਬਣਿਆ ਉਹ ਤੋਂ ਬਾਅਦ ਉਹ ਇਸ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਐਂਟਰ ਕੀਤਾ ਸਮਝਦਾ। ਅੱਗੇ ਹੈ ਜੀ ਕਿ ਇਹਦੇ ਵਿੱਚ ਥੋੜ੍ਹਾ ਜਿਹੜੀ, ਕਿਉਂਕਿ ਪਹਿਲੀ ਪੰਜਾਬੀ ਦੀ ਸਵੈ ਜੀਵਨੀ ਹੈ, ਕੋਈ
ਕੁਆਲਿਟੀ ਜਿਹੜੀ ਹੈ ਉਹ ਜਿਸ ਤਰ੍ਹਾਂ ਦੀ ਸਵੈ ਜੀਵਨੀ ਦੇ ਵਿੱਚ ਗੁਣ ਹੋਣੇ ਚਾਹੀਦੇ ਹੈ, ਉਹ ਥੋੜ੍ਹਾ ਇਹਦੇ ਵਿੱਚ ਚੀਜ਼ਾਂ ਘੱਟ ਸੀਗੀਆਂ। ਉਹਦਾ ਕਾਰਨ ਇਹ ਹੋ ਗਿਆ ਕਿ ਅੰਗਰੇਜ਼ਾਂ ਨੇ ਜੋ ਭਾਰਤੀਆਂ ਉੱਤੇ ਜ਼ੁਲਮ ਕੀਤੇ ਉਹਨਾਂ ਦਾ ਵਰਣਨ ਨਾਨਕ ਸਿੰਘ ਨੇ ਜ਼ਿਆਦਾ ਕੀਤਾ, ਕਿਉਂਕਿ ਹੁਣ ਸਵੈ ਜੀਵਨੀ ਆਪਣੇ ਬਾਰੇ ਜਿਹੜੀਆਂ ਚੀਜ਼ਾਂ ਅਸੀਂ ਦੱਸਣੀਆਂ ਹੁੰਦੀਆਂ ਨਿਸੰਗ ਹੋ ਕੇ ਬਿਨਾਂ ਕਿਸੇ ਸੰਗ ਤੋਂ, ਉਹ ਚੀਜ਼ਾਂ ਇਹਦੇ ਵਿੱਚੋਂ ਗੌਣ ਹੋ ਗਈਆਂ, ਮਤਲਬ ਨਜ਼ਰ ਘੱਟ ਆਈਆਂ। ਅਗਲੀ ਹੈ ਜੀ, ਉਹ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਜਿਹੜੀ ਸਵੈ ਜੀਵਨੀ ਲਿਖੀ ਆ ਆਰਸੀ, ਉਹ ਇਹਨੂੰ ਆਪਾਂ ਪੰਜਾਬੀ ਦੀ ਪਹਿਲੀ ਅਜਿਹੀ ਸਵੈ ਜੀਵਨੀ ਕਹਿ ਸਕਦੇ ਹਾਂ ਜੀ, ਜਿਹਦੇ ਵਿੱਚ ਕਿ ਸਵੈ ਜੀਵਨੀ ਸਾਹਿਤ ਦਾ ਅਸਲੀ ਮੀਲ ਪੱਥਰ ਹੈ, ਜਿੱਥੋਂ ਮਤਲਬ ਸਾਹਿਤ ਸਵੈ ਜੀਵਨੀ ਲਿਖਿਆ ਜਾਣਾ ਜ਼ਿਆਦਾ ਸਹੀ ਤਰੀਕੇ ਨਾਲ ਸ਼ੁਰੂ ਹੋਇਆ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੇ ਜਿਹੜਾ ਮੇਨ ਚੀਜ਼ ਕੀਤੀ ਹੈ, ਉਹਨਾਂ ਨੇ ਬਿਨਾਂ ਕਿਸੇ ਲੁਕੋ ਤੋਂ ਆਪਣੇ ਆਪ ਨੂੰ ਪੇਸ਼ ਕੀਤਾ, ਮਤਲਬ ਜੋ ਉਹਨਾਂ ਦੀਆਂ ਕਮੀਆਂ ਹੈਗੀਆਂ ਜ਼ਿੰਦਗੀ ਦੇ ਵਿੱਚ, ਹਰੇਕ ਇਨਸਾਨ ਪੂਰਾ ਨਹੀਂ ਹੁੰਦਾ, ਉਹਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ, ਔਰ ਸਵੈ ਜੀਵਨੀ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਅਸੀਂ ਉਸ ਕਮੀ ਨੂੰ ਕਬੂਲ ਕਰਨਾ ਹੁੰਦਾ ਵੀ ਹਾਂ ਬਈ ਮੇਰੇ ਕੋਲੋਂ ਇਹ ਵਾਲੀ ਕਮੀ ਰਹਿ ਗਈ। ਤਾਂ ਇਹ ਜਿਹੜੀ ਚੀਜ਼ ਹੈ ਉਹ ਆਰਸੀ ਜਿਹੜੀ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦੀ ਸਵੈ ਜੀਵਨੀ ਹੈ ਜੀ, ਉਹਦੇ ਵਿੱਚ ਨਜ਼ਰ ਆਉਂਦੀ ਹੈ। ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਪੰਜਾਬੀ ਦੀ ਪਹਿਲੀ ਸਵੈ ਜੀਵਨੀ, ਤਾਂ ਉਹ ਨਾਨਕ ਸਿੰਘ ਉਹਨਾਂ ਦੀ ਹੈ ਜੀ, ਮੇਰੀ ਕਹਾਣੀ। ਔਰ ਜੇ ਕੁਐਸਚਨ ਇਹ ਹੋਵੇ ਕਿ ਵਾਸਤਵਿਕ ਰੂਪ ਦੇ ਵਿੱਚ ਸਵੈ ਜੀਵਨੀ ਦੀ ਸ਼ੁਰੂਆਤ ਕਿੱਥੋਂ ਹੋਈ, ਉਹ ਹੈਗੀ ਹੈ ਜੀ ਆਰਸੀ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦੀ। ਉਹ ਤੋਂ ਬਾਅਦ ਪੰਜਾਬੀ ਦੇ ਵਿੱਚ ਬੜੇ ਨਾਮਵਰ ਵਾਰਤਕਕਾਰ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ, ਤੁਸੀਂ ਸਾਰੇ ਜਾਣਦੇ ਹੀ ਹੈ। ਉਹਨਾਂ ਨੇ ਸਵੈ ਜੀਵਨੀ ਲਿਖੀ, ਸਵੈ ਜੀਵਨੀ ਨੂੰ 3 ਭਾਗਾਂ ਵਿੱਚ ਲਿਖਿਆ। ਇੱਕ ਹੈ ਜੀ ਉਹਨਾਂ ਦਾ ਮੇਰੀ ਜੀਵਨ ਕਹਾਣੀ 1959 ਦੇ ਵਿੱਚ ਪਬਲਿਸ਼ ਹੋਈ। ਉਸ ਤੋਂ ਬਾਅਦ ਮੇਰੀ ਮੰਜ਼ਿਲ ਦਿਸ ਪਈ 1964 ਦੇ ਵਿੱਚ, ਮੇਰੀ ਜੀਵਨ ਕਹਾਣੀ 1978 ਦੇ ਵਿੱਚ। ਇਹਦੇ ਵਿੱਚੋਂ ਜਿਹੜਾ ਤੀਸਰਾ ਭਾਗ ਹੈ ਉਹਨਾਂ ਦੀ ਸਵੈ ਜੀਵਨੀ ਦਾ, ਤੀਸਰਾ ਭਾਗ ਜਿਹੜਾ ਉਹ ਉਹਨਾਂ ਦੀ ਮੌਤ ਤੋਂ ਬਾਅਦ ਛਪਿਆ, ਮਤਲਬ ਜਦੋਂ ਜਿਹੜੇ ਇਹਦੇ ਲੇਖਕ ਹੈਗੇ ਆ ਉਹਨਾਂ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਇਹ ਮੇਰੀ ਜੀਵਨ ਕਹਾਣੀ ਦਾ ਤੀਸਰਾ ਭਾਗ ਜਿਹੜਾ ਉਹ ਪਬਲਿਸ਼ ਹੋਇਆ ਸੀ। ਇਹਦੇ ਵਿੱਚ ਉਹਨਾਂ ਨੇ ਆਪਣਾ ਪਿਆਰ, ਸਿਧਾਂਤ, ਵਿਦੇਸ਼ਾਂ 'ਚ ਜਿਹੜੀਆਂ ਯਾਤਰਾ ਕੀਤੀਆਂ, ਜੋ ਵੀ ਅਨੁਭਵ ਉਹਨਾਂ ਨੂੰ ਪ੍ਰਾਪਤ ਹੋਇਆ ਹੈ, ਉਹਨਾਂ ਸਾਰਿਆਂ ਦੇ ਬਾਰੇ 'ਚ ਬੜੀ ਡਿਟੇਲ ਨਾਲ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਲਿਖਤਾਂ ਦੇ ਨਾਲ ਬਹੁਤ ਸਫਲ ਗਦਕਾਰ ਜਿਹੜਾ ਸਿੱਧ ਹੋਇਆ ਗੁਰਬਖਸ਼ ਸਿੰਘ ਪ੍ਰੀਤਲੜੀ ਦਾ, ਜਿੱਦਾਂ ਅਸੀਂ ਸਾਰੇ ਜਾਣਦੇ ਹੀ ਹਾਂ। ਬਹੁਤ ਜਿਹੜੀ ਇਹ ਪ੍ਰਸ਼ੰਸਾ ਹੋਈ ਆ ਉਹਨਾਂ ਦੀ ਇਸ ਸਵੈ ਜੀਵਨੀ ਜਿਹੜੀ 3 ਭਾਗਾਂ 'ਚ ਲਿਖੀ ਗਈ। ਅਤੇ ਉਹ ਪੁੱਛਿਆ ਜਾ ਸਕਦਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਦਾ ਨਾਮ ਮੇਰੀ ਜੀਵਨ ਕਹਾਣੀ ਕਦੋਂ ਪਬਲਿਸ਼ ਹੋਈ ਹੈ ਜੀ? 1959 ਦੇ ਵਿੱਚ। ਮੰਜ਼ਿਲ ਦਿਸ ਪਈ 1964 ਦੇ ਵਿੱਚ। ਮੇਰੀ ਜੀਵਨ ਕਹਾਣੀ ਜਿਹੜਾ ਤੀਸਰਾ ਭਾਗ ਹੈ ਅਸਲ ਦੇ ਵਿੱਚ, ਇਹ 1978 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ। ਇਹ ਸਾਨੂੰ ਵੀ ਆਪਾਂ ਯਾਦ ਰੱਖਣੇ ਆ। ਔਰ ਕਈ ਵਾਰ ਸਵੈ ਜੀਵਨੀਆਂ ਦੇ ਕੇ ਲੇਖਕ ਦਾ ਮਤਲਬ ਸਵੈ ਜੀਵਨੀ ਦਾ ਨਾਮ ਦੇ ਕੇ ਉਸ ਤੋਂ ਬਾਅਦ ਪੁੱਛਦੇ ਆ ਕਿ ਇਹਦਾ ਲੇਖਕ ਕੌਣ ਹੈ। ਉਸ ਤੋਂ ਬਾਅਦ ਹੈ ਜੀ ਪੰਜਾਬੀ ਦੇ ਵਾਰਤਕਕਾਰ ਹੋਏ ਬਲਰਾਜ ਸਾਹਨੀ, ਜਿਹੜੇ ਫਿਲਮੀ ਅਦਾਕਾਰ ਵੀ ਸੀਗੇ। ਉਹਨਾਂ ਦੀ ਸਵੈ ਜੀਵਨੀ ਹੈ ਮੇਰੀ ਫਿਲਮੀ ਆਤਮ ਕਥਾ। ਇਸਦੇ ਨਾਮ ਨਾਲ ਛਪੀ ਹੈ ਜੀ। ਇਹਦੇ 2 ਭਾਗ ਹਨ, ਮੇਰੀ ਫਿਲਮੀ ਆਤਮ ਕਥਾ 1 ਅਤੇ 2, ਦੋਨੇ ਭਾਗ ਹੈਗੇ ਜੀ ਇਹਦੇ। ਇਸ ਚੀਜ਼ ਨੂੰ ਅਸੀਂ ਯਾਦ ਰੱਖਣਾ। ਮੇਰੀ ਫਿਲਮੀ ਆਤਮ ਕਥਾ 1974 ਦੇ ਵਿੱਚ ਛਪੀ ਸੀ। ਬਲਰਾਜ ਸਾਹਨੀ ਜਿਹੜੇ ਹੈ ਉਹ ਰਾਈਟਰ ਸੀਗੇ। ਅੱਗੇ ਹੈ ਜੀ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਨੇ ਜਿਸ ਵੀ ਵਿਧਾ ਦੇ ਉੱਪਰ ਆਪਣੀ ਕਲਮ ਚਲਾਈ ਹੈ, ਨਾਵਲ ਹੋਵੇ, ਕਵਿਤਾ ਹੋਵੇ, ਹਰੇਕ ਜਗ੍ਹਾ ਉਹਨਾਂ ਨੇ ਨਾਮਣਾ ਖੱਟਿਆ। ਇਸੇ ਤਰ੍ਹਾਂ ਉਹਨਾਂ ਦੀ ਸਵੈ ਜੀਵਨੀ ਹੈ ਜੀ ਰਸੀਦੀ ਟਿਕਟ, ਬਹੁਤ ਫੇਮਸ ਹੈ। ਅਕਸਰ ਜਿਹੜਾ UGC ਜਾਂ ਮਾਸਟਰ ਕੇਡਰ ਵਾਲੇ ਪੇਪਰ ਹੈਗੇ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ। ਸਵੈ ਜੀਵਨੀ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ, ਦੋਨੇ ਤਰ੍ਹਾਂ ਕੁਐਸਚਨ ਆਉਂਦਾ। ਰਸੀਦੀ ਟਿਕਟ ਕਿਸ ਦੀ ਸਵੈ ਜੀਵਨੀ ਹੈ ਜਾਂ ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਕਿਹੜੀ ਹੈ, ਅਤੇ ਇਹਨਾਂ ਦੋਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ। ਔਰ ਪਬਲਿਸ਼ ਕਦੋਂ ਹੋਈ ਸੀ? 1976 ਦੇ ਵਿੱਚ। ਉਹ ਤੋਂ ਬਾਅਦ ਸਾਹਿਬ ਸਿੰਘ ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਜੀ ਮੇਰੀ ਜੀਵਨ ਕਹਾਣੀ 1977 ਦੇ ਵਿੱਚ। ਹੁਣ ਇੱਥੇ ਥੋੜ੍ਹਾ ਧਿਆਨ ਦੇਣ ਵਾਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਮੇਰੀ ਜੀਵਨ ਕਹਾਣੀ ਜਿਹੜੀ ਹੈ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੀ ਵੀ ਹੈ, ਔਰ ਮੇਰੀ ਜੀਵਨ ਕਹਾਣੀ ਜਿਹੜੀ ਹੈ ਉਹ ਸਾਹਿਬ ਸਿੰਘ ਹੋਰਾਂ ਦੀ ਵੀ ਸਵੈ ਜੀਵਨੀ ਹੈ। ਹੁਣ ਜਦੋਂ ਆਪਸ਼ਨ ਦੇ ਵਿੱਚ ਇਹ ਦੋਨੇ ਨਾਮ ਹੋਣ ਤਾਂ ਤੁਸੀਂ ਕਿਸੇ 'ਤੇ ਵੀ ਟਿਕ ਲਾਓ, ਸਹੀ ਹੋਏਗਾ। ਅਗਰ ਤੁਹਾਨੂੰ ਨਾਮ ਸਾਹਿਬ ਸਿੰਘ ਦਾ ਦਿੱਤਾ ਜਾਂਦਾ, ਗੁਰਬਖਸ਼ ਸਿੰਘ ਪ੍ਰੀਤਲੜੀ ਨਹੀਂ ਹੈ ਆਪਸ਼ਨ ਦੇ ਵਿੱਚ, ਆਪਾਂ ਸਾਹਿਬ ਸਿੰਘ ਲਾਣਾ। ਔਰ ਜੇ
ਸਾਹਿਬ ਸਿੰਘ ਨਹੀਂ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਹੈ, ਤਾਂ ਆਪਾਂ ਉਹਨਾਂ ਦਾ ਨਾਮ ਲਿਖਾਂਗੇ। ਅੱਗੇ ਹੈ ਜੀ ਸੁਹਿੰਦਰ ਸਿੰਘ ਬਣਜਾਰਾ ਬੇਦੀ। ਸੁਹਿੰਦਰ ਸਿੰਘ ਬਣਜਾਰਾ ਬੇਦੀ ਦਾ ਜਿੱਦਾਂ ਸਾਨੂੰ ਪਤਾ ਹੀ ਹੈ ਜੀ ਵੀ ਬਹੁਤ ਸੱਭਿਆਚਾਰ ਦੇ ਨਾਲ ਰਿਲੇਟਡ ਖੋਜ ਕੀਤੀ ਉਹਨਾਂ ਨੇ ਪੰਜਾਬ ਦੀ, ਅੱਛੀਆਂ ਖੋਜ ਭਰਪੂਰ ਲਿਖਤਾਂ ਉਹਨਾਂ ਦੀਆਂ, ਔਰ ਉਹਨਾਂ ਨੇ ਸਵੈ ਜੀਵਨੀ ਨੂੰ ਬਹੁਤ ਉੱਚੇ ਪੱਧਰ ਤੱਕ ਪਹੁੰਚਾਇਆ ਪੰਜਾਬੀ ਦੇ ਵਿੱਚ। ਜੇ ਅਸੀਂ ਗੱਲ ਕਰੀਏ ਉਹਨਾਂ ਦੀਆਂ 4 ਪੁਸਤਕਾਂ ਹੈ ਜੀ ਜਿਹੜੀ ਉਹਨਾਂ ਦੀ ਸਵੈ ਜੀਵਨੀ ਦੀ ਗੱਲ ਕਰਦੀਆਂ। ਪਹਿਲੀ ਹੈ ਜੀ ਅੱਧੀ ਮਿੱਟੀ ਅੱਧਾ ਸੋਨਾ, 1979 ਦੇ ਵਿੱਚ ਪਬਲਿਸ਼ ਹੋਈ। ਉਸ ਤੋਂ ਬਾਅਦ ਮੇਰੇ ਰਾਹਾਂ ਦੇ ਰੰਗ 1982 ਦੇ ਵਿੱਚ, ਮੇਰਾ ਨਾਨਕਾ ਪਿੰਡ 1984, ਗਲੀਏ ਚਿੱਕੜ ਦੂਰ ਕਰ 1985। ਸੁਹਿੰਦਰ ਸਿੰਘ ਬਣਜਾਰਾ ਬੇਦੀ ਪਾਕਿਸਤਾਨ ਤੋਂ ਆਏ ਸੀ ਅਤੇ ਬਹੁਤ ਸੰਘਰਸ਼ ਦਾ ਜੀਵਨ ਰਿਹਾ ਇਹਨਾਂ ਦਾ। ਅਤੇ ਜਿਹੜੀ ਮੈਂ ਆਪਣੀ ਪਰਸਨਲ ਗੱਲ ਕਰਾਂ, ਜਿੱਦਾਂ ਇਹਨਾਂ ਦੀ ਸਵੈ ਜੀਵਨੀ ਗਲੀਏ ਚਿੱਕੜ ਦੂਰ ਕਰ, ਅਤੇ ਕਾਫੀ ਦਿਲ ਨੂੰ ਟੁੰਬਣ ਵਾਲੀ ਹੈ ਜੀ, ਪੜ੍ਹਨੀ ਚਾਹੀਦੀ ਹੈ। ਅੱਗੇ ਹੈ ਜੀ ਦਲੀਪ ਕੌਰ ਟਿਵਾਣਾ। ਉਹਨਾਂ ਦੀਆਂ ਜੋ ਸਵੈ ਜੀਵਨੀਆਂ ਹੈਗੀਆਂ ਉਹਦੇ ਵਿੱਚ ਹੈ ਨੰਗੇ ਪੈਰਾਂ ਦਾ ਸਫ਼ਰ। ਇਹ ਵੀ ਕਾਫੀ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਜੀ। ਨੰਗੇ ਪੈਰਾਂ ਦਾ ਸਫ਼ਰ ਕਿਹਦੀ ਸਵੈ ਜੀਵਨੀ ਹੈ? ਦਲੀਪ ਕੌਰ ਟਿਵਾਣਾ। ਕਦੋਂ ਲਿਖੀ ਗਈ? 1980 ਦੇ ਵਿੱਚ। ਦੂਸਰੀ ਹੈ ਜੀ ਪੀਲੇ ਪੱਤਿਆਂ ਦੀ ਦਾਸਤਾਨ। ਪੀਲੇ ਪੱਤਿਆਂ ਦੀ ਦਾਸਤਾਨ ਇਹ ਕਿਹਦੀ ਸਵੈ ਜੀਵਨੀ ਹੈ? ਦਲੀਪ ਕੌਰ ਟਿਵਾਣਾ। ਔਰ ਤੀਸਰੀ ਸਵੈ ਜੀਵਨੀ ਜਿਹੜੀ ਹੈ ਦਲੀਪ ਕੌਰ ਟਿਵਾਣਾ ਨੇ ਆਪਣੇ ਬਾਰੇ ਲਿਖਿਆ, पूछते हो तो सुनो। पूछते हो तो सुनो, ਇਹ ਉਹਨਾਂ ਦੀ ਸਵੈ ਜੀਵਨੀ ਹੈ। 1980 ਵਿੱਚ ਹੀ ਬਲਵੰਤ ਗਾਰਗੀ ਜਿਹੜੇ ਨਾਟਕਕਾਰ ਹੋਏ ਹੈ ਉਹਨਾਂ ਦੀ ਸਵੈ ਜੀਵਨੀ ਹੈ ਜੀ ਨੰਗੀ ਧੁੱਪ, 1980 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। 1982 ਦੇ ਵਿੱਚ ਅਜੀਤ ਕੌਰ ਜਿਹੜੇ ਕਹਾਣੀਕਾਰ ਨੇ ਪੰਜਾਬੀ ਦੇ, ਉਹਨਾਂ ਦੀ ਸਵੈ ਜੀਵਨੀ ਪ੍ਰਕਾਸ਼ਿਤ ਹੋਈ ਖਾਨਾ ਬਦੋਸ਼। ਇਸ ਰਚਨਾ ਵਿੱਚ ਉਹਨਾਂ ਨੇ ਆਪਣੇ 58 ਸਾਲ ਦੀ ਉਮਰ ਦੇ ਜੀਵਨ ਸੰਘਰਸ਼ ਨੂੰ ਪੇਸ਼ ਕੀਤਾ। ਮਤਲਬ ਆਪਣੀ ਜ਼ਿੰਦਗੀ ਦੇ ਵਿੱਚ 58 ਸਾਲਾਂ ਦੇ ਵਿੱਚ ਜੋ ਕੁਛ ਵੀ ਉਹਨਾਂ ਨੇ ਦੇਖਿਆ ਉਹ ਸਾਰਾ ਹੀ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈ, ਪ੍ਰੈਜ਼ੈਂਟ ਕੀਤਾ, ਪੇਸ਼ ਕੀਤਾ ਉਹਨਾਂ ਨੂੰ। ਇਹਨਾਂ ਸਾਲਾਂ ਵਿੱਚ ਉਹਦੇ ਜੋ ਅਹਿਸਾਸ ਹੈ ਉਹਨਾਂ ਅਹਿਸਾਸਾਂ ਨੂੰ ਖਾਨਾ ਬਦੋਸ਼ੀ ਦਾ ਨਾਮ ਦਿੱਤਾ ਜੀ। ਇਹਦਾ ਨਾਮ ਖਾਨਾ ਬਦੋਸ਼ ਰੱਖਿਆ। ਖਾਨਾ ਬਦੋਸ਼ ਦਾ ਮਤਲਬ ਹੁੰਦਾ ਜੋ ਇੱਕ ਜਗ੍ਹਾ ਟਿਕ ਕੇ ਨਹੀਂ ਰਹਿੰਦਾ। ਦੂਸਰੀ ਸਵੈ ਜੀਵਨੀ ਜਿਹੜੀ ਅਜੀਤ ਕੌਰ ਹੋਰਾਂ ਦੀ ਹੈ ਉਹ ਹੈ ਜੀ ਕੂੜ ਕਬਾੜਾ। ਕੂੜ ਕਬਾੜਾ ਉਹਨਾਂ ਦੀ ਦੂਸਰੀ ਸਵੈ ਜੀਵਨੀ ਹੈ। ਅਤੇ ਅੱਜ ਦੇ ਜਿਹੜੇ ਸਾਡੇ ਇਸ ਲੈਕਚਰ ਦੀ ਲਾਸਟ ਸਵੈ ਜੀਵਨੀ 1983 ਦੇ ਵਿੱਚ ਛਪੀ ਮਹਿੰਦਰ ਸਿੰਘ ਰੰਧਾਵਾ ਹੋਰਾਂ ਦੀ ਆਪ ਬੀਤੀ। ਮਹਿੰਦਰ ਸਿੰਘ ਰੰਧਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ ਅਤੇ ਚੰਡੀਗੜ੍ਹ ਨੂੰ ਬਣਾਉਣ ਵਾਲੀ ਮੇਨ ਸ਼ਖਸੀਅਤ ਸੀਗੇ। ਸਾਡੀ ਰਾਜਧਾਨੀ ਹੈ ਜੀ ਮਹਿੰਦਰ ਸਿੰਘ ਰੰਧਾਵਾ, ਉਹਨਾਂ ਦੀ ਸਵੈ ਜੀਵਨੀ ਹੈ ਆਪ ਬੀਤੀ। ਇੱਕ ਵਾਰੀ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਜੀ, ਪਿੱਛੋਂ ਦੀ ਚੱਲਦੇ ਹਾਂ। 1983 ਦੇ ਵਿੱਚ ਮਹਿੰਦਰ ਸਿੰਘ ਰੰਧਾਵਾ ਹੋਰਾਂ ਦੀ ਆਪ ਬੀਤੀ, ਖਾਨਾ ਬਦੋਸ਼ ਔਰ ਕੂੜਾ ਕਬਾੜਾ ਇਹ ਹੈ ਜੀ ਅਜੀਤ ਕੌਰ ਹੋਰਾਂ ਦੀ। 1982 'ਚ ਉਹਨਾਂ ਨੇ ਖਾਨਾ ਬਦੋਸ਼ ਲਿਖੀ ਸੀ। ਅਤੇ ਬਲਵੰਤ ਗਾਰਗੀ ਹੋਰਾਂ ਦੀ ਜਿਹੜੀ ਸਵੈ ਜੀਵਨੀ ਹੈ ਉਹਦਾ ਨਾਮ ਹੈ ਜੀ ਨੰਗੀ ਧੁੱਪ। ਦਲੀਪ ਕੌਰ ਟਿਵਾਣਾ ਨੇ 3 ਪੁਸਤਕਾਂ ਲਿਖੀਆਂ ਜੀ ਸਵੈ ਜੀਵਨੀ ਜਿਹੜੀ ਉਹਨਾਂ ਦੀ ਨੰਗੇ ਪੈਰਾਂ ਦਾ ਸਫ਼ਰ, ਪੀਲੇ ਪੱਤਿਆਂ ਦੀ ਦਾਸਤਾਨ, ਪੂਛਤੇ ਹੋ ਤੋ ਸੁਣੋ। ਅਤੇ ਸੁਹਿੰਦਰ ਸਿੰਘ ਬਣਜਾਰਾ ਬੇਦੀ ਹੋਰਾਂ ਦੀਆਂ 4 ਪੁਸਤਕਾਂ ਜੀ ਅੱਧੀ ਮਿੱਟੀ ਅੱਧਾ ਸੋਨਾ, ਮੇਰੇ ਰਾਹਾਂ ਦੇ ਰੰਗ, ਮੇਰਾ ਨਾਨਕਾ ਪਿੰਡ, ਗਲੀਏ ਚਿੱਕੜ ਦੂਰ ਕਰ। ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਹੈਗੀ ਜੀ ਰਸੀਦੀ ਟਿਕਟ। ਅਤੇ ਸਾਹਿਬ ਸਿੰਘ ਹੋਰਾਂ ਨੇ ਮੇਰੀ ਜੀਵਨ ਕਹਾਣੀ। ਔਰ ਮੇਰੀ ਜੀਵਨ ਕਹਾਣੀ ਜਿਹੜੀ ਹੈ ਇਸੇ ਟਾਈਟਲ ਦੇ ਨਾਲ 2 ਸਵੈ ਜੀਵਨੀਆਂ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੀਆਂ ਵੀ ਹੈਗੀਆਂ ਜੀ। ਅਤੇ ਮੰਜ਼ਿਲ ਦਿਸ ਪਈ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਹੈ। ਅਤੇ ਜਿਹੜੀ ਪੰਜਾਬੀ ਦੇ ਵਿੱਚ ਪਹਿਲਾ ਐਸੀ ਸਵੈ ਜੀਵਨੀ ਸੀਗੀ ਪਹਿਲੀ ਜਿਹਦੇ ਨਾਲ ਪੰਜਾਬੀ ਸਵੈ ਜੀਵਨੀ ਦਾ ਸਾਹਿਤ ਰੂਪ ਨੂੰ ਨਵਾਂ ਮੁਕਾਮ ਮਿਲਿਆ ਜੀ, ਉਹ ਹੈ ਜੀ ਆਰਸੀ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦੀ। ਔਰ ਪੰਜਾਬੀ ਦੀ ਸਭ ਤੋਂ ਪਹਿਲੀ ਜਿਹੜੀ ਸਵੈ ਜੀਵਨੀ ਅਸੀਂ ਕਹਿ ਸਕਦੇ ਹਾਂ ਉਹ ਹੈ ਜੀ ਮੇਰੀ ਦੁਨੀਆ, 1949 ਦੇ ਵਿੱਚ ਨਾਵਲਕਾਰ ਨਾਨਕ ਸਿੰਘ ਹੋਰਾਂ ਵੱਲੋਂ ਲਿਖੀ ਗਈ ਸੀ। ਇਹ ਟੌਪਿਕ ਸੀ ਜੀ ਸਾਡਾ ਸਵੈ ਜੀਵਨੀ ਦਾ। ਉਮੀਦ ਹੈ ਕਾਫੀ ਤੁਹਾਨੂੰ ਚੰਗਾ ਲੱਗੇਗਾ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਛੋਟੀ ਵੀਡੀਓ ਹੋਵੇ, ਕੰਟੈਂਟ ਥੋੜ੍ਹਾ ਹੋਵੇ, ਪਰ ਕੰਟੈਂਟ ਜਿਹੜਾ ਉਹ ਬਿਲਕੁਲ ਇੰਪੋਰਟੈਂਟ ਹੋਵੇ। ਹੁਣ ਇਹ ਜਿਹੜੇ ਕੁਛ ਨਾਮ ਤੁਹਾਨੂੰ ਦੱਸੇ ਜੀ, ਨਾਨਕ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਬਲਰਾਜ ਸਾਹਨੀ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਇਹ ਇੱਦਾਂ ਦੇ ਨਾਮ ਹੈ ਜੀ ਜਿਨ੍ਹਾਂ ਦੇ ਉੱਪਰ ਬਾਰ ਬਾਰ ਕੁਐਸਚਨ ਜਿਹੜੇ ਆਉਂਦੇ ਆ, ਚਾਹੇ UGC ਹੋਵੇ ਜਾਂ
ਪੰਜਾਬੀ ਮਾਸਟਰ ਕੇਡਰ ਦਾ ਪੇਪਰ ਹੋਵੇ, ਲੈਕਚਰਾਰ ਦਾ ਹੋਵੇ, ਹਰੇਕ ਜਗ੍ਹਾ ਇਹਨਾਂ ਦੇ ਉੱਪਰ ਕੁਐਸਚਨ ਜ਼ਰੂਰ ਆਉਂਦੇ ਆ। ਤਾਂ ਤੁਸੀਂ ਵਾਰ-ਵਾਰ ਇਸ ਵੀਡੀਓ ਨੂੰ 2-3 ਵਾਰ ਦੇਖੋ, ਜ਼ਿਆਦਾ ਲੰਬੀ ਚੌੜੀ ਚੀਜ਼ ਨਹੀਂ ਹੈ, ਬਹੁਤ ਛੋਟਾ ਕੰਟੈਂਟ ਹੈ ਪਰ ਇੰਪੋਰਟੈਂਟ ਕੰਟੈਂਟ ਹੈ ਪੇਪਰ ਦੇ ਹਿਸਾਬ ਦੇ ਨਾਲ। ਆਸ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਊਗਾ। ਲਾਈਕ ਕਰੋ ਅਤੇ ਕੁਛ ਸਬਸਕ੍ਰਾਈਬ ਵੀ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ। ਲਗਾਤਾਰ ਹੁਣ ਅਸੀਂ ਵੀਡੀਓ ਪਾਵਾਂਗੇ, ਜਿੰਨਾ ਵੀ ਇਸ ਮਾਸਟਰ ਕੇਡਰ ਦੇ ਪੇਪਰ ਦੇ ਨਾਲ ਸੰਬੰਧਿਤ ਵੀਡੀਓਜ਼ ਲਗਾਤਾਰ ਹੁਣ ਇਸ ਚੈਨਲ ਦੇ ਉੱਪਰ ਕੋਸ਼ਿਸ਼ ਕਰਾਂਗੇ ਕੰਟੈਂਟ ਜਿਹੜਾ ਘੱਟ ਤੋਂ ਘੱਟ ਹੋਵੇ ਔਰ ਇੰਪੋਰਟੈਂਟ ਤੋਂ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਉਹ ਆਉਣ, ਜਿਹੜੇ ਤੁਹਾਡੇ ਪੇਪਰ ਦੇ ਟੌਪਿਕ ਨੂੰ ਕਵਰ ਕਰ ਸਕਣ। ਸਤਿ ਸ਼੍ਰੀ ਅਕਾਲ ਜੀ।